ਹੈਲੋ ਸਟੂਡੈਂਟਸ, ਉਮੀਦ ਹੈ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਸੇਫ ਹੋਵੋਗੇ। ਕੱਲ ਆਪਾਂ ਬੁੱਕ ਕੀਪਿੰਗ ਕਿਤਾਬਾਂ ਨੂੰ ਕਿਵੇਂ ਰੱਖਣਾ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੀ ਅਕਾਊਂਟਿੰਗ ਕਰਨੀ ਹੈ ਇਹ ਆਪਾਂ ਪੜ੍ਹਿਆ ਸੀ। ਅੱਜ ਆਪਾਂ ਯੂਜ਼ਰ ਆਫ ਅਕਾਊਂਟਿੰਗ ਇਨਫੋਰਮੇਸ਼ਨ ਕਰਾਂਗੇ। ਜਿਹੜੀ ਆਪਾਂ ਸੂਚਨਾ ਅਕਾਊਂਟਿੰਗ ਦੇ ਵਿੱਚ ਇਕੱਠੀ ਕੀਤੀ ਹੈ ਉਹਨਾਂ ਦੀ ਕਿਹੜੇ ਇਨਸਾਨਾਂ ਨੂੰ ਲੋੜ ਹੈ, ਕਿਹੜੇ ਯੂਜ਼ਰ ਆਫ ਅਕਾਊਂਟਿੰਗ ਇਨਫੋਰਮੇਸ਼ਨ ਹੈ। अकाउंटिंग प्रोवाइड्स इनफॉर्मेशन ऑफ द बिजनेस। जिहड़ी अकाउंटिंग है वो एक बिजनेस नूं, एक व्यापार नूं सूचना प्रदान करती है। वेरीअस पार्टीज आर इंटरस्टेड टू कलैक्ट इनफॉर्मेशन अबाउट द प्रॉफिटेबिलिटी। बहुत सारिया एजेंसियां, बहुत सारे लोग है जिहड़े इंटरस्टेड हुंदे है काहदे विच भी कंपनी नूं कोई ना लाभ होया ये सूचना इकट्ठी करन विच। ਹੁਣ ਉਹ ਕਿਹੜੀਆਂ ਪਾਰਟੀਜ਼ ਹੈ ਜਿਹੜੀਆਂ ਕਾਹਦੇ ਲਈ ਇੰਟਰਸਟਿਡ ਹੈ ਅਕਾਊਂਟਿੰਗ ਇਨਫੋਰਮੇਸ਼ਨ ਲਈ। ਤਾਂ ਆਪਾਂ ਅੱਜ ਪੜ੍ਹਨਾ ਹੈ ਯੂਜ਼ਰ ਆਫ ਅਕਾਊਂਟਿੰਗ ਇਨਫੋਰਮੇਸ਼ਨ। ਯੂਜ਼ਰ ਕਿਹੜੇ ਹੈ, ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਇੰਟਰਨਲ ਯੂਜ਼ਰ ਤੇ ਐਕਸਟਰਨਲ ਯੂਜ਼ਰ। ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ। ਇੰਟਰਨਲ ਯੂਜ਼ਰ ਮਤਲਬ ਜਿਹੜੇ ਕਿਸੇ ਸੰਸਥਾ ਦੇ ਵਿੱਚ, ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਦੁਕਾਨ ਦੇ ਅੰਦਰ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਇੰਟਰਨਲ ਯੂਜ਼ਰ ਕਹਿੰਦੇ ਆ। ਤੇ ਐਕਸਟਰਨਲ ਯੂਜ਼ਰ ਜਿਹੜੇ ਉਸ ਕੰਪਨੀ ਤੋਂ ਬਾਹਰ ਦੇ ਲੋਕ ਹੈ। ਇੰਟਰਨਲ ਯੂਜ਼ਰ ਵਿੱਚ ਕੀ ਆਉਂਦਾ ਹੈ? ਮੈਨੇਜਮੈਂਟ ਆਉਂਦੀ ਹੈ, ਓਨਰ ਆਉਂਦੇ ਹੈ, ਇੰਪਲੋਈਜ਼ ਆਉਂਦੇ ਹੈ। ਤੇ ਐਕਸਟਰਨਲ ਯੂਜ਼ਰ ਦੇ ਵਿੱਚ ਕੌਣ ਆਉਂਦੇ ਹੈ? ਯੂਜ਼ਰ ਡਾਇਰੈਕਟਲੀ ਕੰਸਰਨਡ ਮਤਲਬ ਜਿਨ੍ਹਾਂ ਦਾ ਕੰਪਨੀ ਦੇ ਨਾਲ ਸਿੱਧਾ ਸੰਬੰਧ ਹੈ। ਉਹ ਕ੍ਰੈਡੀਟਰ ਹੋ ਸਕਦੇ ਹੈ, ਟੈਕਸ ਅਥਾਰਟੀਜ਼ ਹੋ ਸਕਦੀਆਂ ਤੇ ਕੰਜ਼ਿਊਮਰ ਹੋ ਸਕਦਾ ਹੈ। ਇਸ ਤਰ੍ਹਾਂ ਯੂਜ਼ਰ ਇਨਡਾਇਰੈਕਟ ਕੰਸਰਨਡ ਜਿਹੜੇ ਸਿੱਧੇ ਰੂਪ ਵਿੱਚ ਕੰਪਨੀ ਨਾਲ ਸੰਬੰਧਿਤ ਨਹੀਂ ਹੈ, ਜਿਵੇਂ ਕਿ ਪਬਲਿਕ ਹੈ, ਰਿਸਰਚਰ ਹੈ, ਪ੍ਰਿੰਟਿੰਗ ਜਾਂ ਇਲੈਕਟ੍ਰੋਨਿਕ ਮੀਡੀਆ। ਨੀਡ ਆਫ ਯੂਜ਼ਰ ਆਫ ਅਕਾਊਂਟਿੰਗ ਇਨਫੋਰਮੇਸ਼ਨ। ਕਿਹੜੇ ਲੋਕਾਂ ਨੂੰ ਇਸ ਅਕਾਊਂਟਿੰਗ ਇਨਫੋਰਮੇਸ਼ਨ ਦੀ ਨੀਡ ਹੈ ਹੁਣ ਆਪਾਂ ਡਿਟੇਲਸ ਕਰਾਂਗੇ। ਇੰਟਰਨਲ ਯੂਜ਼ਰ ਦੇ ਵਿੱਚ ਕੀ ਆ ਗਿਆ? ਮੈਨੇਜਮੈਂਟ ਆ ਗਈ, ਓਨਰ ਆ ਗਏ ਤੇ ਇੰਪਲੋਈਜ਼ ਆ ਗਏ। ਮੈਨੇਜਮੈਂਟ ਦੇ ਵਿੱਚ ਟੌਪ, middle and lower level executives in the organizations are the internal user of accounting information। ਮੈਨੇਜਮੈਂਟ ਦੇ 3 ਲੈਵਲ ਹੁੰਦੇ ਆ, ਟੌਪ ਲੈਵਲ, ਮਿਡਲ ਲੈਵਲ ਤੇ ਲੋਅਰ ਲੈਵਲ। ਟੌਪ ਲੈਵਲ ਦੇ ਵਿੱਚ ਨਵੀਆਂ ਪਲੈਨਿੰਗਸ ਬਣਾਈਆਂ ਜਾਂਦੀਆਂ, ਪਾਲਿਸੀਜ਼ ਬਣਾਈਆਂ ਜਾਂਦੀਆਂ ਤੇ ਮਿਡਲ ਲੈਵਲ ਵਾਲੇ ਇਹਨਾਂ ਪਲੈਨਿੰਗਸ ਨੂੰ ਕੰਟਰੋਲ ਕਰਦੇ ਆ ਤੇ ਬਾਟਮ ਲੈਵਲ ਵਾਲੇ ਇਹਨਾਂ ਨੂੰ ਲਾਗੂ ਕਰਦੇ ਆ। ਇਹਨਾਂ ਆਪਰੇਸ਼ਨਸ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਜਿਹੜੀ ਇਹ ਮੈਨੇਜਮੈਂਟ ਹੈ, ਜਿਹੜੇ ਇਹ ਕੰਪਨੀ ਦੇ ਅੰਦਰ ਲੋਕ ਕੰਮ ਕਰਦੇ ਆ, ਇਹ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਜਾਣਨਾ ਚਾਹੁੰਦੇ ਆ। ਦੂਜਾ ਨੰਬਰ ਤੇ ਹੋਰ ਕੌਣ ਇਹਨੂੰ ਜਾਣਨਾ ਚਾਹੁੰਦਾ ਹੈ ਬੱਚਿਓ? ਓਨਰਸ ਜਾਣਨਾ ਚਾਹੁੰਦੇ ਆ। ਓਨਰਸ ਦਾ ਮਤਲਬ ਕੰਪਨੀ ਦੇ ਮਾਲਕ ਜਾਂ ਕਿਸੇ ਦੁਕਾਨ ਦਾ ਮਾਲਕ। ਉਹਨੇ ਕੰਪਨੀ ਵਿੱਚ 10 ਲੱਖ ਰੁਪਈਆ, 20 ਲੱਖ ਰੁਪਏ ਨਾਲ ਆਪਦੀ ਦੁਕਾਨ ਸ਼ੁਰੂ ਕੀਤੀ ਹੈ। ਜਿੰਨਾ ਪੈਸਾ ਮਾਲਕ ਦੁਆਰਾ ਕੰਪਨੀ ਵਿੱਚ ਜਾਂ ਦੁਕਾਨ ਚਲਾਇਆ ਜਾਂਦਾ ਹੈ ਉਹਨੂੰ ਅਸੀਂ ਕੀ ਨਾਮ ਨਾਲ ਬੋਲਦੇ ਹਾਂ? ਕੈਪੀਟਲ ਦੇ ਨਾਮ ਨਾਲ ਬੋਲਦੇ ਹਾਂ। ਤਾਂ ਓਨਰ ਜ਼ਰੂਰ ਦੇਖਣਾ ਚਾਹੂਗਾ ਵੀ ਮੇਰਾ ਜਿਹੜਾ ਬਿਜ਼ਨਸ ਹੈ ਅੱਗੇ ਨਾਲੋਂ ਤਰੱਕੀ ਕਰ ਰਿਹਾ ਹੈ ਜਾਂ ਮੈਨੂੰ ਘਾਟਾ ਹੋ ਰਿਹਾ ਹੈ, ਜਾਂ ਮੇਰੇ ਕਿਹੜੇ ਸ਼ੇਅਰ ਹੋਲਡਰ ਹੈ, ਮੈਂ ਉਹਨਾਂ ਨੂੰ ਕਿੰਨਾ ਬੋਨਸ ਦੇਣਾ ਹੈ, ਕਿ ਇੰਪਲੋਈਜ਼ ਨੂੰ ਕਿੰਨੀ ਤਨਖਾਹ ਦੇਣੀ ਹੈ। ਇਹ ਸਾਰੀ ਨੌਲੇਜ ਉਹਨੂੰ ਕਿੱਥੋਂ ਮਿਲੂਗੀ? ਅਕਾਊਂਟਸ ਤੋਂ ਮਿਲੂਗੀ ਜਿਹੜੀਆਂ ਉਹਨੇ ਬੁੱਕਸ ਮੇਨਟੇਨ ਕੀਤੀਆਂ। 3 ਨੰਬਰ ਤੇ ਇੰਪਲੋਈਜ਼, ਜਿਹੜੇ ਅਸੀਂ ਕਰਮਚਾਰੀ ਰੱਖੇ ਆ ਉਹ ਵੀ ਸਮੇਂ ਤੇ ਦੇਖਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਕੰਪਨੀ ਹੈ ਜੇਕਰ ਉਹਨੂੰ ਲਾਭ ਹੋ ਰਿਹਾ ਹੈ ਤਾਂ ਕੀ ਸਾਨੂੰ ਕੰਪਨੀ ਦੁਆਰਾ ਕਿੰਨੀਆਂ ਬੋਨਸ ਸਕੀਮਸ ਬਣਾਈਆਂ ਗਈਆਂ, ਸਾਨੂੰ ਕਿੰਨੀ ਸੈਲਰੀ ਵੱਧ ਮਿਲੂਗੀ, ਜਾਂ ਜੇ ਅਸੀਂ ਕੰਪਨੀ ਨੂੰ ਲਾਭ ਹੈ ਤਾਂ ਰਿਟਾਇਰ ਹੋਣ ਤੇ ਸਾਨੂੰ ਕਿੰਨੇ ਬੈਨੀਫਿਟਸ ਮਿਲਣਗੇ। ਉਸ ਤੋਂ ਅਗਲਾ ਟੌਪਿਕ ਆ ਜਾਂਦਾ ਹੈ ਐਕਸਟਰਨਲ ਯੂਜ਼ਰ ਮਤਲਬ ਜਿਨ੍ਹਾਂ ਦਾ ਕੰਪਨੀ ਦੇ ਵਿੱਚ ਕੋਈ ਯੋਗਦਾਨ ਨਹੀਂ ਹੈ, ਬਾਹਰਲੇ ਲੋਕ ਹੈ ਪਰ ਫਿਰ ਵੀ ਉਹ ਇੰਟਰਸਟ ਰੱਖਦੇ ਹੈ ਕੰਪਨੀ ਦੀ ਗੁੱਡਵਿਲ ਨੂੰ ਜਾਣਨ ਵਾਸਤੇ ਕਿ ਕੰਪਨੀ ਕਿਸ ਤਰ੍ਹਾਂ ਕੰਮ ਕਰ ਰਹੀ ਹੈ। ਤਾਂ ਨੰਬਰ 1 ਐਕਸਟਰਨਲ ਯੂਜ਼ਰ ਦੇ ਵਿੱਚ ਬਾਹਰੀ ਲੋਕਾਂ ਦੇ ਵਿੱਚ ਕੌਣ ਆਉਂਦੇ ਹੈ? ਕ੍ਰੈਡੀਟਰ। ਹੁਣ ਕ੍ਰੈਡੀਟਰ ਕੌਣ ਹੁੰਦੇ ਹੈ? ਸਪਲਾਇਰ ਆਫ ਰॉ ਮਟੀਰੀਅਲ, ਜਿਹੜੇ ਸਾਨੂੰ ਕੱਚਾ ਮਾਲ ਸਪਲਾਈ ਕਰਦੇ ਹੈ। ਜਿਵੇਂ ਸਾਡੀ ਮੰਨ ਲਓ ਕੋਟੀਆਂ ਬਣਾਉਣ ਦੀ ਫੈਕਟਰੀ ਹੈ, ਸਾਨੂੰ ਪਸ਼ਮ ਚਾਹੀਦੀ ਹੈ, ਵੂਲ ਚਾਹੀਦੀ ਹੈ। ਵੂਲ ਸਾਡੇ ਲਈ ਫੈਕਟਰੀ ਲਈ ਕੀ ਹੋਗੀ? ਰॉ ਮਟੀਰੀਅਲ ਹੋਗੀ। ਤਾਂ ਅਸੀਂ ਉਧਾਰ ਦੇ ਰੂਪ ਵਿੱਚ ਜਿਨ੍ਹਾਂ ਲੋਕਾਂ ਤੋਂ ਕੋਟੀਆਂ ਬਣਾਉਣ ਦੇ ਲਈ ਵੂਲ ਲਿੱਤੀ ਹੈ
ਉਹ ਸਾਡੇ ਕੀ ਹੋ ਗਏ, ਕ੍ਰੈਡੀਟਰ ਹੋ ਗਏ, ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਹੈ। ਉਹ ਸਾਨੂੰ ਉਧਾਰ ਮਾਲ ਕਿਉਂ ਦੇਣਗੇ? ਉਹ ਸਾਡੀ ਇਨਫੋਰਮੇਸ਼ਨ ਲੈਣਗੇ, ਸਾਡੇ ਅਕਾਊਂਟਸ ਨੂੰ ਦੇਖਣਗੇ ਕਿ ਕੰਪਨੀ ਜਾਂ ਦੁਕਾਨ ਜਾਂ ਫੈਕਟਰੀ ਵਧੀਆ ਕੰਡੀਸ਼ਨ ਵਿੱਚ ਜਾ ਰਹੀ ਹੈ। ਜੇਕਰ ਸਾਨੂੰ ਬੈਨੀਫਿਟ ਹੋ ਰਿਹਾ ਤਾਂ ਉਹ ਸਾਨੂੰ ਅੱਗੇ ਤੋਂ ਸਪਲਾਈ ਕਰਦੇ ਰਹਿਣਗੇ ਰॉ ਮਟੀਰੀਅਲ ਦੀ। ਇਸ ਲਈ ਉਹ ਵੀ ਇੱਛਕ ਹੁੰਦੇ ਆ ਕੰਪਨੀ ਦੀ ਇਨਫੋਰਮੇਸ਼ਨ ਨੂੰ। ਇਨਵੈਸਟਰ ਕੌਣ ਹੁੰਦੇ ਆ? ਜੋ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰਦੇ ਹੈ। ਬੱਚਿਓ, ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜਿਨ੍ਹਾਂ ਵਿੱਚ 50-50 ਕਰੋੜ ਦੀ ਇਨਵੈਸਟਮੈਂਟ ਹੁੰਦੀ ਹੈ, ਉਹਨਾਂ ਕੰਪਨੀਜ਼ ਨੂੰ ਬਾਹਰਲੇ ਲੋਕਾਂ ਤੋਂ ਸ਼ੇਅਰਾਂ ਦੇ ਰੂਪ ਵਿੱਚ ਪੈਸੇ ਇਕੱਠੇ ਕਰਨੇ ਪੈਂਦੇ ਹੈ। ਜਿਹੜੇ ਬਾਹਰਲੇ ਲੋਕ ਕਿਸੇ ਕੰਪਨੀ ਦੇ ਵਿੱਚ ਪੈਸਾ ਲਗਾਉਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਨਵੈਸਟਰ ਕਿਹਾ ਜਾਂਦਾ ਹੈ। ਹੁਣ ਜਿਹਨਾਂ ਲੋਕਾਂ ਨੇ ਆਪਦਾ 10, 20, 50 ਹਜ਼ਾਰ, ਲੱਖ, 2 ਲੱਖ ਬਿਜ਼ਨਸ ਦੇ ਵਿੱਚ ਲਾਇਆ ਹੁੰਦਾ ਵੈ, ਉਹ ਦੇਖਣਾ ਚਾਹੁੰਦੇ ਹੈ ਵੀ ਕੀ ਕੰਪਨੀ ਲਾਭ ਵਿੱਚ ਜਾ ਰਹੀ ਹੈ, ਕੀ ਸਾਨੂੰ ਕੰਪਨੀ ਦੁਆਰਾ ਕੋਈ ਡਿਵੀਡੈਂਡ ਮਿਲੂਗਾ, ਕੋਈ ਬੋਨਸ ਮਿਲੂਗਾ, ਤਾਂ ਉਹ ਅਕਾਊਂਟਿੰਗ ਇਨਫੋਰਮੇਸ਼ਨ ਇਕੱਠੀ ਕਰਨਾ ਚਾਹੁੰਦੇ ਹੈ ਤਾਂ ਜੋ ਉਹਨਾਂ ਨੂੰ ਪਤਾ ਚੱਲ ਸਕੇ ਕਿ ਕੰਪਨੀ ਦੀ ਪੋਜੀਸ਼ਨ ਕਿਵੇਂ ਦੀ ਹੈ। ਉਸ ਤੋਂ ਬਾਅਦ ਪੋਟੈਂਸ਼ੀਅਲ ਇੰਪਲੋਈਜ਼, ਬਹੁਤ ਸਾਰੇ ਬੇਰੁਜ਼ਗਾਰ ਜੌਬ ਸੀਕਰਸ ਕੰਪਨੀ ਦੀ ਇਨਫੋਰਮੇਸ਼ਨ ਨੂੰ ਜਾਣਨਾ ਚਾਹੁੰਦੇ ਹੈ ਤਾਂ ਜੋ ਉਹਨਾਂ ਨੂੰ ਸਮੇਂ 'ਤੇ ਪਤਾ ਲੱਗ ਸਕੇ ਕਿ ਕਿਹੜੀ ਨੌਕਰੀ ਕਰਨ ਜਿੱਥੇ ਨਾਲ ਉਹਨਾਂ ਨੂੰ ਵਧੀਆ ਤਨਖਾਹ ਮਿਲੇ। ਉਹ ਕੰਪਨੀ ਉਹੀਓ ਵਧੀਆ ਹੋਊਗੀ ਜਿਨ੍ਹਾਂ ਦੀ ਜਿਹੜੀ ਫਿਊਚਰ ਦੇ ਵਿੱਚ ਪ੍ਰੋਫਿਟੇਬਿਲਿਟੀ ਵਧੀਆ ਹੋਊਗੀ, ਸੋਲਵੈਂਸੀ ਦੀ ਕੰਡੀਸ਼ਨ ਵਧੀਆ ਹੋਊਗੀ। ਇਸ ਤਰ੍ਹਾਂ ਇਹ ਇਨਫੋਰਮੇਸ਼ਨ ਐਕਸਟਰਨਲ ਯੂਜ਼ਰ ਦੇ ਵਿੱਚ ਪੋਟੈਂਸ਼ੀਅਲ ਇੰਪਲੋਈਜ਼ ਵੀ ਆ ਜਾਂਦੇ ਹੈ। ਉਸ ਤੋਂ ਅਗਲਾ ਪੁਆਇੰਟ ਹੈ ਟੈਕਸ ਅਥਾਰਟੀਜ਼। ਟੈਕਸ ਅਥਾਰਟੀਜ਼ ਬੱਚਿਓ, ਸਾਡੀ ਜਿਹੜੀ ਆਮਦਨ ਹੈ ਕਿਸੇ ਵੀ ਦੁਕਾਨਦਾਰ ਦੀ, ਉਹਦੇ ਉੱਪਰ ਸਰਕਾਰ ਦੀ ਅੱਖ ਹੁੰਦੀ ਹੈ। ਸਰਕਾਰ ਸਮੇਂ-ਸਮੇਂ 'ਤੇ ਟੈਕਸ ਇਕੱਠਾ ਕਰਦੀ ਹੈ। ਉਹ ਟੈਕਸ ਅੱਜ ਕੱਲ੍ਹ ਜਿਵੇਂ ਨਵਾਂ ਟੈਕਸ ਆਇਆ GST, ਇਨਡਾਇਰੈਕਟ ਟੈਕਸ ਦੇ ਰੂਪ ਵਿੱਚ ਵੀ ਹੋ ਸਕਦਾ ਹੈ, ਇਸ ਨੂੰ ਆਪਾਂ ਅੱਗੇ ਪੜਾਂਗੇ। ਤੇ ਡਾਇਰੈਕਟ ਟੈਕਸ ਵੀ ਹੋ ਸਕਦਾ ਹੈ। ਤਾਂ ਜਿਹੜੀਆਂ ਸਰਕਾਰਾਂ ਵੈ ਉਹ ਵੀ ਜਾਣਨਾ ਚਾਹੁੰਦੀਆਂ ਕਿ ਵੀ ਕੰਪਨੀ ਦੀ ਅਕਾਊਂਟਿੰਗ ਇਨਫੋਰਮੇਸ਼ਨ